प्यारे विद्यार्थियों, ਅਸੀਂ 9ਵੀਂ ਸ਼੍ਰੇਣੀ ਦਾ ਪਾਠ 5ਵਾਂ ਵਿਸ਼ਾ ਭੂਗੋਲ, ਪਾਠ ਦਾ ਨਾਮ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ ਪਿਛਲੇ 2 ਭਾਗਾਂ ਦੇ ਵਿੱਚ ਪੜ੍ਹਿਆ ਹੈ। ਭਾਗ 1 ਦੇ ਵਿੱਚ, ਭਾਗ 2 ਦੇ ਵਿੱਚ ਅਸੀਂ ਤੁਹਾਨੂੰ ਸਮਝਾਇਆ, ਪਰ ਹੁਣ ਭਾਗ ਪਹਿਲਾ, ਭਾਗ ਦੂਜਾ ਤੇ ਭਾਗ ਤੀਜੇ ਵਿੱਚ ਸਾਰੇ ਪਾਠ ਦੀ ਦੁਹਰਾਈ ਕਰਾਂਗੇ ਤੇ ਮੈਂ ਆਸ ਕਰਦਾ ਵੀ ਇਹ ਤੁਹਾਨੂੰ ਸਮਝਣ ਦੇ ਵਿੱਚ ਸਹਾਈ ਹੋਵੇਗਾ। ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ। ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ ਧਰਤੀ ਦੇ 4 ਖੇਤਰਾਂ ਬਾਰੇ ਪੜ੍ਹਿਆ ਸੀ, ਜਿਸ ਦੇ ਵਿੱਚ ਹੈ ਜੀਵ ਮੰਡਲ, ਥਲ ਮੰਡਲ, ਜਲ ਮੰਡਲ, ਵਾਯੂਮੰਡਲ। ਜੀਵ ਮੰਡਲ ਧਰਤੀ ਦਾ ਉਹ ਮੰਡਲ ਹੈ ਜਿੱਥੇ ਕਈ ਤਰ੍ਹਾਂ ਦੇ ਜੀਵ ਵਸਦੇ ਹਨ। ਇਹ ਇੱਕ ਗੁੰਝਲਦਾਰ ਖੰਡ ਹੈ। ਇਸ ਮੰਡਲ ਦੀ ਹੋਂਦ ਉੱਥੇ ਹੈ ਜਿੱਥੇ ਬਾਕੀ 3 ਮੰਡਲ ਆਪਸ ਵਿੱਚ ਮਿਲਦੇ ਹਨ। ਜੀਵ ਮੰਡਲ ਦੇ ਜੀਵਾਂ ਦੇ ਆਕਾਰ ਇੱਕ ਛੋਟੇ ਜਿਹੇ ਬੈਕਟੀਰੀਆ ਤੋਂ ਲੈ ਕੇ ਵੱਡੇ ਹਾਥੀ ਅਤੇ ਬਹੁਤ ਉੱਚੇ ਰੁੱਖਾਂ ਤੱਕ ਹੁੰਦਾ ਹੈ। ਹੁਣ ਜੀਵ ਮੰਡਲ, ਇਸ ਪ੍ਰਸ਼ਨ ਵੀ ਹੈ ਆਪਣੇ ਅਭਿਆਸ ਵਿੱਚ। ਫਲੋਰਾ ਅਤੇ ਫੌਨਾ ਕੀ ਹਨ? ਫਲੋਰਾ ਕਿਸੇ ਖੇਤਰ ਦੀ ਸਾਰੀ ਬਨਸਪਤੀ ਨੂੰ ਫਲੋਰਾ ਦਾ ਨਾਮ ਦਿੱਤਾ ਜਾਂਦਾ ਹੈ। ਫੌਨਾ ਕਿਸੇ ਖੇਤਰ ਵਿੱਚ ਮੌਜੂਦ ਸਾਰੇ ਪ੍ਰਾਣੀਆਂ ਨੂੰ ਫੌਨਾ ਕਿਹਾ ਜਾਂਦਾ ਹੈ। ਪੰਜਾਬ ਦੀ ਕੁਦਰਤੀ ਬਨਸਪਤੀ ਜਾਂ ਜੰਗਲਾਂ ਦੀਆਂ ਕਿਹੜੀਆਂ ਕਿਸਮਾਂ ਹਨ? ਉਪ ਉਸ਼ਣ ਹਿਮਾਲਿਆ ਪ੍ਰਕਾਰ ਦੀ ਸਿਲੀਸੀਤ ਉਸ਼ਣ ਬਨਸਪਤੀ, ਉਪ ਉਸ਼ਣ ਝੀਲ ਬਨਸਪਤੀ, ਉਪ ਉਸ਼ਣ ਝਾੜੀਦਾਰ ਪਹਾੜੀ ਬਨਸਪਤੀ, ਉਸ਼ਣ ਕੰਡੀਦਾਰ ਬਨਸਪਤੀ, ਉਸ਼ਣ ਖੁਸ਼ਕ ਪਤਝੜੀ ਬਨਸਪਤੀ। ਇਹ ਬਨਸਪਤੀ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਧਾਰ ਕਲਾਂ ਤਹਿਸੀਲ ਵਿੱਚ ਮਿਲਦੀ ਹੈ। ਇੱਥੇ ਵਰਖਾ ਜ਼ਿਆਦਾ ਹੁੰਦੀ ਹੈ। ਇੱਥੇ ਚੀਲ, ਬਾਂਸ, ਸਹਿਤੂਤ, ਟਾਹਲੀ ਅੰਬ ਅਤੇ ਪਹਾੜੀ ਕਿੱਕਰ ਆਦਿ ਰੁੱਖ ਪੈਦਾ ਹੁੰਦੇ ਹਨ। ਅਜਿਹੀ ਬਨਸਪਤੀ ਜ਼ਿਲ੍ਹਾ ਪਠਾਨਕੋਟ ਅਤੇ ਹੁਸ਼ਿਆਰਪੁਰ ਦੀਆਂ ਉੱਚੀਆਂ ਢਲਾਣਾਂ ਤੇ ਮਿਲਦੀ ਹੈ। ਇੱਥੇ ਚੀਲ, ਖੈਰ, ਸ਼ਹਿਤੂਤ, ਟਾਹਲੀ ਅਤੇ ਹੋਰ ਰਲੇ ਮਿਲੇ ਕਿਸਮਾਂ ਦੇ ਰੁੱਖ ਮਿਲਦੇ ਹਨ। ਭਾਰਤ ਦੀ ਕੁਦਰਤੀ ਬਨਸਪਤੀ ਜਾਂ ਜੰਗਲਾਂ ਦੀਆਂ ਕਿਸਮਾਂ। ਉਸ਼ਣ ਸਦਾਬਹਾਰ ਵਨ। ਇਹ ਉਹ ਜੰਗਲ ਹਨ ਜੋ ਸਦਾ ਹਰੇ ਭਰੇ ਰਹਿੰਦੇ ਹਨ, ਕਿਉਂਕਿ ਇਹਨਾਂ ਦੇ ਪੱਤੇ ਇਕੱਠੇ ਨਹੀਂ ਝੜਦੇ। ਇਹ ਗਰਮ ਅਤੇ ਤਰ ਭਾਗਾਂ ਵਿੱਚ ਮਿਲਦੇ ਹਨ, ਜਿੱਥੇ ਸਾਲਾਨਾ ਵਰਖਾ ਜਿਹੜੀ 200 ਤੋਂ 300 ਸੈਂਟੀਮੀਟਰ ਜਾਂ ਇਸ ਤੋਂ ਜ਼ਿਆਦਾ ਹੁੰਦੀ ਹੈ। ਇਹਨਾਂ ਜੰਗਲਾਂ ਦੇ ਰੁੱਖ ਆਪਸ ਵਿੱਚ ਇੰਨੇ ਜੁੜੇ ਹੁੰਦੇ ਹਨ ਕਿ ਇੱਕ ਛਤਰੀ ਨੁਮਾ ਰੂਪ ਧਾਰਨ ਕਰਦੇ ਹਨ। ਇਹਨਾਂ ਜੰਗਲਾਂ ਵਿੱਚ ਮੁੱਖ ਤੌਰ ਤੇ ਰੋਜ਼ਵੁੱਡ, ਟਾਹਲੀ, ਬਾਂਸ, ਸਿਨਕੋਨਾ ਅਤੇ ਮੈਗਨੋਲੀਆ ਆਦਿ ਰੁੱਖ ਸ਼ਾਮਲ ਹਨ। ਵਪਾਰਕ ਤੌਰ ਤੇ ਪਰ ਇਹ ਜੰਗਲ ਬਹੁਤ ਲਾਭਦਾਇਕ ਹਨ, ਪਰੰਤੂ ਇਹਨਾਂ ਦੀ ਕਟਾਈ ਅਤੇ ਢੁਆਈ ਬਹੁਤ ਮੁਸ਼ਕਲ ਅਤੇ ਘਾਟੇਵੰਦ ਸੌਦਾ ਹੈ। ਉਸ਼ਣ ਪਤਝੜੀ ਜਾਂ ਮੌਸਮੀ ਜੰਗਲ ਹੁੰਦੇ ਹਨ ਜੋ ਇਸ ਕਿਸਮ ਦੇ ਜੰਗਲ 70 ਤੋਂ 200 ਸੈਂਟੀਮੀਟਰ ਵਰਖਾ ਵਾਲੇ ਖੇਤਰਾਂ ਵਿੱਚ ਉੱਗਦੇ ਹਨ। ਇੱਕ ਮੌਸਮ ਆਉਣ ਤੇ ਆਪਣੇ ਪੱਤੇ ਝਾੜ ਦਿੰਦੇ ਹਨ। ਇਸ ਕਰਕੇ ਇਹਨਾਂ ਨੂੰ ਪਤਝੜੀ ਜੰਗਲ ਵੀ ਕਿਹਾ ਜਾਂਦਾ ਹੈ। ਝਾੜੀਆਂ ਅਤੇ ਕੰਡੇਦਾਰ ਜੰਗਲ। ਇੱਥੇ ਸਾਲਾਨਾ ਵਰਖਾ 700 ਸੈਂਟੀਮੀਟਰ ਜਾਂ ਇਸ ਤੋਂ ਘੱਟ ਹੁੰਦੀ ਹੈ। ਉੱਥੇ ਇਸ ਕਿਸਮ ਦੇ ਜੰਗਲ ਪਾਏ ਜਾਂਦੇ ਹਨ। ਮਿੱਟੀ ਵਿੱਚੋਂ ਪਾਣੀ ਪ੍ਰਾਪਤ ਕਰਨ ਲਈ ਇਹਨਾਂ ਰੁੱਖਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਕਾਫੀ ਡੂੰਘੀਆਂ ਹੁੰਦੀਆਂ ਹਨ। ਪੱਤੇ ਛੋਟੇ ਅਤੇ ਕੰਡਿਆਲੀ ਕਿਸਮ ਦੇ ਹੁੰਦੇ ਹਨ।
ਜਿਸ ਨਾਲ ਇਹਨਾਂ ਤੋਂ ਬਾਸ਼ਪੀਕਰਨ ਘੱਟ ਹੁੰਦਾ ਹੈ। ਕਿੱਕਰ, ਖੰਜੂਰ, ਖੈਰ, ਥੋਰ ਅਤੇ ਹੋਰ ਕੰਡੇਦਾਰ ਪੌਦੇ ਆਦਿ ਇੱਥੇ ਉੱਗਦੇ ਹਨ। ਆਮ ਕਰਕੇ ਊਠ, ਸ਼ੇਰ, ਬੱਬਰ ਸ਼ੇਰ, ਚੂਹੇ, ਖਰਗੋਸ਼ ਆਦਿ ਜਾਨਵਰ ਇਹਨਾਂ ਜੰਗਲਾਂ ਵਿੱਚ ਮਿਲਦੇ ਹਨ। ਜਵਾਹਰੀ ਜਾਂ ਮੈਂਗਰੂਵ ਜੰਗਲ, ਇਸ ਕਿਸਮ ਦੇ ਜੰਗਲ ਦਰਿਆਵਾਂ ਦੇ ਡੈਲਟਿਆਂ ਅਤੇ ਸਮੁੰਦਰੀ ਤੱਟਾਂ ਦੇ ਨਾਲ ਮਿਲਦੇ ਹਨ। ਸੁੰਦਰਬਨ ਜੰਗਲ ਇਸ ਵਿੱਚ ਪ੍ਰਮੁੱਖ ਹਨ, ਜਿੱਥੇ ਸਮੁੰਦਰੀ ਕਿਸਮ ਦੇ ਰੁੱਖ ਬਹੁਤਾਂਤ ਵਿੱਚ ਮਿਲਦੇ ਹਨ। ਰਾਇਲ ਬੰਗਾਲ ਟਾਈਗਰ ਇਹਨਾਂ ਜੰਗਲਾਂ ਵਿੱਚ ਪਾਏ ਜਾਂਦੇ ਹਨ। ਪਰਬਤੀ ਜੰਗਲ, ਇੱਥੇ ਸਾਨੂੰ ਕੋਣਧਾਰੀ ਜੰਗਲ ਮਿਲਦੇ ਹਨ, ਜਿੱਥੇ ਸਪਰੂਸ, ਫਰ, ਦਿਆਰ ਅਤੇ ਚੀਲ ਆਦਿ ਦੇ ਰੁੱਖ ਪਾਏ ਜਾਂਦੇ ਹਨ। ਜੇਕਰ ਅਸੀਂ ਥੋੜ੍ਹਾ ਹੋਰ ਉੱਪਰ ਜਾਂਦੇ ਹਾਂ ਤਾਂ ਘਾਹ ਅਤੇ ਝਾੜੀਆਂ ਮਿਲਦੇ ਹਨ। ਯਾਕ, ਹਿਰਨ, ਬਾਰਾਂਸਿੰਗਾ, ਬਰਫ਼ ਵਿੱਚ ਰਹਿਣ ਵਾਲਾ ਚੀਤਾ, ਭਾਲੂ, ਜੰਗਲੀ ਭੇਡਾਂ ਆਦਿ ਪਰਬਤੀ ਜੰਗਲਾਂ ਵਿੱਚ ਮਿਲਦੇ ਹਨ। ਤੇ ਇਸ ਦੇ ਨਾਲ ਜੋ ਹੈ ਪੰਜਾਬ ਦੇ ਜਿਹੜੀ ਕੁਦਰਤੀ ਬਨਸਪਤੀ ਹੈ, ਜੇ ਇਹਦੇ ਝਾਤ ਪਾਈਏ, ਜੇ ਕਿਸੇ ਇਲਾਕੇ ਦੀ ਬਨਸਪਤੀ ਮੁੱਖ ਤੌਰ ਤੇ ਉੱਥੋਂ ਦੇ ਧਰਾਤਲ, ਜਲਵਾਯੂ ਅਤੇ ਮਿੱਟੀ ਦੀਆਂ ਕਿਸਮਾਂ ਤੇ ਨਿਰਭਰ ਕਰਦੀ ਹੈ। ਭਾਰਤ ਵਿੱਚ ਪ੍ਰਮੁੱਖ ਤੌਰ ਤੇ ਪਰ ਕਈ ਕਿਸਮ ਦੀ ਮਿੱਟੀ ਮਿਲਦੀ ਹੈ, ਜਿਨ੍ਹਾਂ ਵਿੱਚ ਮੁੱਖ ਕਿਸਮਾਂ ਹਨ: ਜਲੋੜੀ ਜਾਂ ਦਰਿਆਈ ਮਿੱਟੀ, ਰੇਤਲੀ ਮਿੱਟੀ, ਚੀਕਣੀ ਮਿੱਟੀ, ਸੋਡਕ ਅਤੇ ਖਾਰੀ ਮਿੱਟੀ, ਪਹਾੜੀ ਮਿੱਟੀ ਜਾਂ ਕੰਡੀ ਦੀ ਮਿੱਟੀ, ਦੋਮਟ ਮਿੱਟੀ। ਇਹ ਭਾਂਤ-ਭਾਂਤ ਦੀਆਂ ਮਿੱਟੀਆਂ ਅਤੇ ਜਲਵਾਯੂ ਵੰਨ ਸੰਬੰਧੀ ਬਨਸਪਤੀ ਪੈਦਾ ਕਰਦੇ ਹਨ। ਪੰਜਾਬ ਦਾ ਜ਼ਿਆਦਾਤਰ ਖੇਤਰ ਮੈਦਾਨ ਹੋਣ ਕਰਕੇ ਬਨਸਪਤੀ ਵਿੱਚ ਭਿੰਨਤਾ ਨਹੀਂ ਪਾਈ ਜਾਂਦੀ, ਪਰੰਤੂ ਫਿਰ ਵੀ ਅਲੱਗ-ਅਲੱਗ ਭਾਗਾਂ ਵਿੱਚ ਧਰਾਤਲ, ਜਲਵਾਯੂ ਅਤੇ ਮਿੱਟੀ ਦੀਆਂ ਕਿਸਮਾਂ ਪੰਜਾਬ ਵਿੱਚ ਵਖਰੇਵੇਂ ਕਰਕੇ ਪੰਜਾਬ ਦੀ ਕੁਦਰਤੀ ਬਨਸਪਤੀ ਜੰਗਲਾਂ ਨੂੰ ਮੁੱਖ ਤੌਰ ਤੇ ਇਹਨਾਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਪੰਜਾਬ ਦੀ ਕੁਦਰਤੀ ਬਨਸਪਤੀ ਤੇ ਇੱਕ ਝਾਤ ਪਾਈਏ। ਕਿਸੇ ਇਲਾਕੇ ਦੀ ਬਨਸਪਤੀ ਮੁੱਖ ਤੌਰ ਤੇ ਉੱਥੇ ਦੇ ਧਰਾਤਲ, ਜਲਵਾਯੂ ਅਤੇ ਮਿੱਟੀ ਦੀਆਂ ਕਿਸਮਾਂ ਤੇ ਨਿਰਭਰ ਕਰਦੀ ਹੈ। ਪੰਜਾਬ ਦੀ ਜਲਵਾਯੂ ਮਹਾਂਦੀਪੀ ਮੌਨਸੂਨ ਕਿਸਮ ਦੀ ਹੈ। ਇੱਥੋਂ ਦਾ ਜ਼ਿਆਦਾਤਰ ਭਾਗ ਮੈਦਾਨੀ ਹੈ, ਪਰੰਤੂ ਛੋਟੀਆਂ ਪਹਾੜੀਆਂ ਅਤੇ ਹੋਰ ਰੇਤ ਦੇ ਟਿੱਬਿਆਂ ਵਾਲਾ ਮੈਦਾਨ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਕੁਝ ਮੁੱਖ ਕਿਸਮਾਂ ਇਹ ਹਨ: ਜਲੋੜੀ ਜਾਂ ਦਰਿਆਈ ਮਿੱਟੀ, ਰੇਤਲੀ ਮਿੱਟੀ, ਚੀਕਣੀ ਮਿੱਟੀ, ਦੋਮਟ ਮਿੱਟੀ, ਪਹਾੜੀ ਮਿੱਟੀ ਜਾਂ ਕੰਢੀ ਦੀ ਮਿੱਟੀ, ਸੋਡਕ ਅਤੇ ਖਾਰੀ ਮਿੱਟੀ। ਕੁਝ ਸਦੀਆਂ ਪਹਿਲਾਂ ਪੰਜਾਬ ਵਿੱਚ ਕੁਦਰਤੀ ਬਨਸਪਤੀ ਜਾਂ ਜੰਗਲ ਬਹੁਤਾਤ ਵਿੱਚ ਪਾਏ ਜਾਂਦੇ ਸਨ, ਪਰੰਤੂ ਦਰੱਖਤਾਂ ਦੀ ਲਗਾਤਾਰ ਕਟਾਈ, ਪਸ਼ੂਆਂ ਦੀ ਜ਼ਿਆਦਾ ਚਰਾਈ ਅਤੇ ਸਖਤ ਕਾਨੂੰਨ ਦੀ ਹੋਂਦ ਨੇ ਇਸ ਦੇ ਰਕਬੇ ਨੂੰ ਤੇਜ਼ੀ ਨਾਲ ਘਟਾਇਆ ਹੈ। ਸਾਲ 1966 ਵਿੱਚ ਪੰਜਾਬ ਦੇ ਪੁਨਰਗਠਨ ਕਾਰਨ ਵੀ ਜ਼ਿਆਦਾਤਰ ਜੰਗਲੀ ਇਲਾਕਾ ਹਿਮਾਚਲ ਪ੍ਰਦੇਸ਼ ਵਿੱਚ ਚਲਾ ਗਿਆ। ਇਸ ਵੇਲੇ ਪੰਜਾਬ ਦੇ ਕੁੱਲ ਖੇਤਰਫਲ ਦਾ ਸਿਰਫ 6.07 ਹਿੱਸਾ ਹੀ ਬਨਸਪਤੀ ਜਾਂ ਜੰਗਲਾਂ ਹੇਠ ਹੈ। ਪੰਜਾਬ ਦੀ ਕੁਦਰਤੀ ਬਨਸਪਤੀ ਨੂੰ ਮੁੱਖ ਤੌਰ ਤੇ ਅਸੀਂ ਦੇਖੋ ਜਿਹੜੀ ਪਰਬਤੀ ਮਿੱਟੀ ਹੈ, ਜਿਹੜਾ ਅਸੀਂ ਪਰਬਤੀ ਮਿੱਟੀ ਨੂੰ ਨਕਸ਼ੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਰਤ ਦੇ, ਅਸੀਂ ਇਸ ਨੂੰ ਪੀਲੇ ਰੰਗ ਨਾਲ ਦਿਖਾਇਆ ਹੈ। ਅਰੁਣਾਚਲ ਪ੍ਰਦੇਸ਼ ਹੈ, ਮਣੀਪੁਰ, ਸਾਰੇ ਇਹ ਪਰਬਤੀ ਮਿੱਟੀ ਇੱਥੇ ਪਾਈ ਜਾਂਦੀ ਹੈ। ਦੂਸਰਾ ਸਾਡਾ ਹੈ ਜਲੋੜ ਮਿੱਟੀ ਜਾਂ ਜਲੋੜੀ ਮਿੱਟੀ ਜਾਂ ਦਰਿਆਈ ਮਿੱਟੀ, ਜੋ ਦਰਿਆਵਾਂ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਆ ਗਈ ਹੈ। ਪੰਜਾਬ, ਹਰਿਆਣਾ, ਯੂਪੀ, ਉੱਤਰ ਪ੍ਰਦੇਸ਼, ਬਿਹਾਰ, ਹੈ ਪੱਛਮੀ ਬੰਗਾਲ ਔਰ ਅਸਾਮ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਲੋੜੀ ਮਿੱਟੀ ਪਾਈ ਜਾਂਦੀ ਹੈ। ਕਾਲੀ ਮਿੱਟੀ ਗੁਜਰਾਤ,
ਮੱਧ ਪ੍ਰਦੇਸ਼ ਦਾ ਕੁਝ ਹਿੱਸਾ, ਮਹਾਰਾਸ਼ਟਰ, ਕਰਨਾਟਕ ਦਾ ਕੁਝ ਹਿੱਸਾ, ਇਹਨਾਂ ਰਾਜਾਂ ਦੇ ਵਿੱਚ ਜਾਂ ਇਹਨਾਂ ਇਲਾਕਿਆਂ ਦੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ। ਕਾਲੀ ਮਿੱਟੀ ਹੈ ਜਿਹੜੀ ਉਹ ਕਪਾਹ ਦੀ ਫਸਲ ਦੇ ਲਈ ਬਹੁਤ ਲਾਭਦਾਇਕ ਹੁੰਦੀ ਹੈ, ਤੇ ਤਾਂ ਕਰਕੇ ਗੁਜਰਾਤ ਦੇ ਵਿੱਚ ਕਾਲੀ ਮਿੱਟੀ ਜ਼ਿਆਦਾ ਪਾਈ ਜਾਂਦੀ ਹੈ। ਇਹਨਾਂ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਦੇ ਕਰਨਾਟਕਾ, ਇੱਥੇ ਕਪਾਹ ਜ਼ਿਆਦਾ ਹੁੰਦੀ ਹੈ। ਜ਼ਿਆਦਾਤਰ ਜਿਹੜੇ ਮਿੱਲ ਨੇ ਉਹ ਵੀ ਇੱਥੇ ਜ਼ਿਆਦਾ ਲੱਗੇ ਹੋਏ ਹਨ। ਲਾਲ ਮਿੱਟੀ, ਆਹ ਦੇਖ ਲਓ ਪੂਰਬੀ ਘਾਟ ਹੈ ਸਾਰਾ, ਇਹ ਪੂਰਬੀ ਭਾਰਤ ਜੇ ਇਹਨੂੰ ਕਹੀਏ ਆਪਾਂ, ਤੇ ਇੱਥੇ ਤਾਂ ਤਾਮਿਲਨਾਡੂ, ਪੱਛਮੀ ਘਾਟ 'ਚ ਹੀ ਪਾਈ ਜਾਂਦੀ ਹੈ। ਇੱਥੇ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਉੜੀਸਾ, ਉੱਤਰ ਪੂਰਬੀ ਭਾਰਤ, ਉੱਤਰ ਪੂਰਬੀ ਭਾਰਤ, ਇੱਥੇ ਲਾਲ ਮਿੱਟੀ ਪਾਈ ਜਾਂਦੀ ਹੈ। ਲੈਟਰਾਈਟ ਮਿੱਟੀ ਨੂੰ ਅਸੀਂ ਆਹ ਰੰਗ ਨਾਲ ਦਿਖਾਇਆ ਹੈ, ਤੁਸੀਂ ਦੇਖ ਸਕਦੇ ਹੋ। ਦੇਖੋ, ਇਹ ਪੱਛਮੀ ਘਾਟ, ਛੋਟਾ ਨਾਗਪੁਰ ਦਾ ਪਠਾਰ, ਆਹ ਇਹਨਾਂ ਇਲਾਕਿਆਂ ਵਿੱਚ ਪਾਈ ਜਾਂਦੀ। ਉਸ ਤੋਂ ਬਾਅਦ ਹੈ ਮਾਰੂਥਲੀ ਮਿੱਟੀ। ਮਾਰੂਥਲੀ ਮਿੱਟੀ ਸਿਰਫ ਦੇਖੋ ਰਾਜਸਥਾਨ ਦੇ ਵਿੱਚ ਪਾਈ ਜਾਂਦੀ ਹੈ। ਰਾਜਸਥਾਨ ਦਾ ਥਾਰ ਮਾਰੂਥਲ ਹੈ, ਉਹ ਇੱਥੇ ਸਾਰੀ ਮਾਰੂਥਲੀ ਮਿੱਟੀ ਪਾਈ ਜਾਂਦੀ ਹੈ। ਇਹ ਨਕਸ਼ੇ ਰਾਹੀਂ ਤੁਹਾਨੂੰ ਸਾਰੇ ਭਾਰਤ ਦੀ ਜਿਹੜੀ ਮਿੱਟੀਆਂ ਨੇ ਉਹ ਸਾਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਇਲਾਕੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ। ਹਿਮਾਲਿਆ ਪ੍ਰਕਾਰ ਦੀ ਸਿੱਲੀ ਸੀਤ ਉਸ਼ਣ ਬਨਸਪਤੀ। ਇਸ ਪ੍ਰਕਾਰ ਦੀ ਬਨਸਪਤੀ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਧਾਰ ਕਲਾਂ ਤਹਿਸੀਲ ਵਿੱਚ ਮਿਲਦੀ ਹੈ। ਇਹ ਹਿੱਸਾ ਪੰਜਾਬ ਦੇ ਬਾਕੀ ਭਾਗਾਂ ਨਾਲੋਂ ਉਚਾਈ ਤੇ ਹੈ ਅਤੇ ਇੱਥੇ ਵਰਖਾ ਵੀ ਜ਼ਿਆਦਾ ਹੁੰਦੀ ਹੈ। ਇਸ ਖੇਤਰ ਵਿੱਚ ਘੱਟ ਉਚਾਈ ਵਾਲੇ ਚੀੜ ਦੇ ਰੁੱਖ ਵਧੇਰੇ ਮਿਲਦੇ ਹਨ। ਬਾਂਸ, ਸਹਿਤੂਤ, ਟਾਹਲੀ, ਅੰਬ, ਪਹਾੜੀ ਕਿੱਕਰ ਆਦਿ ਇੱਥੇ ਪੈਦਾ ਹੋਣ ਵਾਲੇ ਹੋਰ ਰੁੱਖ ਹਨ। ਉਪ ਉਸ਼ਣ ਚੀਲ ਬਨਸਪਤੀ। ਅਜਿਹੀ ਕਿਸਮ ਦੀ ਬਨਸਪਤੀ ਮੁੱਖ ਤੌਰ ਤੇ ਪਠਾਨਕੋਟ ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਤਹਿਸੀਲਾਂ ਦੀਆਂ ਉੱਚੀਆਂ ਢਲਾਣਾਂ ਤੇ ਮਿਲਦੀ ਹੈ। ਇੱਥੇ ਮਿਲਣ ਵਾਲੀ ਚੀਲ ਜ਼ਿਆਦਾ ਵਧੀਆ ਕਿਸਮ ਦੀ ਨਹੀਂ ਹੈ ਅਤੇ ਚੀਲ ਦੇ ਰੁੱਖ ਵੀ ਟਾਵੇਂ ਹੀ ਮਿਲਦੇ ਹਨ। ਇਸ ਖੇਤਰ ਦੇ ਹੇਠਲੇ ਭਾਗ ਵਿੱਚ ਖੇਰ, ਸ਼ਹਿਤੂਤ, ਟਾਹਲੀ ਅਤੇ ਹੋਰ ਰਲੇ ਮਿਲੇ ਕਿਸਮ ਦੇ ਰੁੱਖ ਮਿਲਦੇ ਹਨ। ਉਪ ਉਸ਼ਣ ਝਾੜੀਦਾਰ ਪਹਾੜੀ ਬਨਸਪਤੀ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਪੂਰਬੀ ਭਾਗਾਂ ਵਿੱਚ ਜ਼ਿਆਦਾਤਰ ਝਾੜੀਦਾਰ ਪਹਾੜੀ ਬਨਸਪਤੀ ਪਾਈ ਜਾਂਦੀ ਹੈ। ਦਰਖਤਾਂ ਦੀ ਅੰਨ੍ਹੇਵਾਹ ਕਟਾਈ, ਪਸ਼ੂਆਂ ਦੀ ਜ਼ਿਆਦਾ ਚਰਾਈ, ਜੰਗਲਾਂ ਦੀ ਅੱਗ ਨੇ ਸੰਘਣੀ ਕੁਦਰਤੀ ਬਨਸਪਤੀ ਨੂੰ ਝਾੜੀਦਾਰ ਬਨਸਪਤੀ ਵਿੱਚ ਤਬਦੀਲ ਕਰ ਦਿੱਤਾ ਹੈ। ਉਸ਼ਣ ਖੁਸ਼ਕ ਪਤਝੜੀ ਬਨਸਪਤੀ। ਇਸ ਕਿਸਮ ਦੀ ਬਨਸਪਤੀ ਪੰਜਾਬ ਦੇ ਗਰਮ ਅਤੇ ਖੁਸ਼ਕ ਇਲਾਕਿਆਂ ਵਿੱਚ ਮਿਲਦੀ ਹੈ। ਕਦੀ ਇਸ ਖੇਤਰ ਵਿੱਚ ਸੰਘਣੀ ਕਿਸਮ ਦੀ ਬਨਸਪਤੀ ਹੋਇਆ ਕਰਦੀ ਸੀ। ਸੰਘਣੀ ਬਨਸਪਤੀ ਦੇ ਛੋਟੇ ਵੱਡੇ ਟੁਕੜਿਆਂ ਨੂੰ ਝੰਗੀ ਬੀੜ ਜਾਂ ਝਿੜੀ ਕਿਹਾ ਜਾਂਦਾ ਸੀ। ਪੰਜਾਬ ਵਿੱਚ ਛੱਤ ਬੀੜ, ਬੀੜ ਭਾਦਸੋਂ, ਬੀੜ ਮੋਤੀਬਾਗ, ਬੀੜ ਭੁੰਨਰਹੇੜੀ ਆਦਿ ਮਸ਼ਹੂਰ ਹਨ। ਇਸ ਖੇਤਰ ਵਿੱਚ ਮਿਲਣ ਵਾਲੇ ਰੁੱਖਾਂ ਵਿੱਚ ਟਾਹਲੀ, ਨਿੰਮ, ਪਿੱਪਲ, ਬੋਹੜ, ਕਿੱਕਰ, ਅੰਬ, ਨਿੰਬੂ ਆਦਿ ਪ੍ਰਮੁੱਖ ਹਨ। ਜੰਗਲਾਂ ਦੇ ਮਹੱਤਵ। ਜੰਗਲ ਕਈ ਤਰ੍ਹਾਂ ਦੀ ਲੱਕੜ ਪ੍ਰਦਾਨ ਕਰਦੇ ਹਨ ਜਿਹੜੀ ਅਲੱਗ-ਅਲੱਗ ਕੰਮਾਂ ਲਈ ਵਰਤੀ ਜਾਂਦੀ ਹੈ, ਜਿਵੇਂ ਕਿ ਫਰਨੀਚਰ ਬਣਾਉਣ ਲਈ, ਕਾਗਜ਼ ਬਣਾਉਣ ਲਈ। ਜੰਗਲ ਵਰਖਾ ਕਰਵਾਉਣ ਵਿੱਚ ਸਹਾਈ ਹੁੰਦੇ ਹਨ। ਜੰਗਲ ਭਊਖੋਰ ਅਤੇ ਹੜ੍ਹਾਂ ਉੱਪਰ ਕੰਟਰੋਲ ਕਰਦੇ ਹਨ। ਜੰਗਲ ਦਰੱਖਤਾਂ ਤੋਂ ਜਲਵਾਸ਼ਪ ਹਵਾ ਵਿੱਚ ਲਿਜਾ ਕੇ ਤਾਪਮਾਨ ਠੰਡਾ ਕਰਦੇ ਹਨ। ਜੰਗਲ ਬਹੁਤ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਵਰਤਦੇ ਹਨ ਅਤੇ ਹਵਾ ਵਿੱਚ ਆਕਸੀਜਨ ਛੱਡਦੇ ਹਨ। ਜੰਗਲ ਜੀਵਾਂ ਨੂੰ ਆਪਣੇ ਵੱਲ ਖਿੱਚਦੇ ਹਨ ਅਤੇ ਉਹਨਾਂ ਨੂੰ ਖਾਣ ਵਾਸਤੇ ਭੋਜਨ
ਅਤੇ ਰਹਿਣ ਵਾਸਤੇ ਠਹਿਰ ਪ੍ਰਦਾਨ ਕਰਦੇ ਹਨ। ਜੰਗਲ ਸੂਰਜ ਦੀ ਚਮਕ, ਆਵਾਜ਼, ਪ੍ਰਦੂਸ਼ਣ ਅਤੇ ਭਵਨਾਂ ਦੀ ਰਫ਼ਤਾਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਜੰਗਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਕਰਨ ਵਿੱਚ ਸਹਾਈ ਹੁੰਦੇ ਹਨ। ਆਮ ਤੌਰ 'ਤੇ ਜੰਗਲ ਸਾਡੇ ਵਾਤਾਵਰਣ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਣ ਵਿੱਚ ਮਦਦਗਾਰ ਹਨ। ਜੰਗਲੀ ਜੀਵਾਂ ਨੂੰ ਸੰਭਾਲਣ ਦੇ ਤਰੀਕੇ ਕਿਹੜੇ-ਕਿਹੜੇ ਹਨ? ਜੰਗਲੀ ਜੀਵ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ। ਇਸ ਕਰਕੇ ਜੰਗਲੀ ਜੀਵਾਂ ਨੂੰ ਸੰਭਾਲਣਾ ਮਨੁੱਖ ਦਾ ਇਖਲਾਕੀ ਫਰਜ਼ ਬਣਦਾ ਹੈ। ਨੰਬਰ 1, ਅਸੀਂ ਹੋਰ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਸਾਡੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਵਿੱਚ ਜੰਗਲੀ ਜੀਵਾਂ ਲਈ ਪ੍ਰਬੰਧ ਅੱਛਾ ਹੋਣਾ ਚਾਹੀਦਾ ਹੈ। ਸ਼ਿਕਾਰ ਕਰਨ 'ਤੇ ਲਗਾਈ ਗਈ ਪਾਬੰਦੀ ਸਖਤੀ ਨਾਲ ਲਾਗੂ ਹੋਣੀ ਚਾਹੀਦੀ ਹੈ। ਸ਼ਿਕਾਰੀ ਅਤੇ ਚਰਵਾਹਿਆਂ ਵਜੋਂ ਰੁਜ਼ਗਾਰ ਕਰਨ ਵਾਲੇ ਲੋਕਾਂ ਨੂੰ ਜੰਗਲ ਵਿੱਚ ਦਾਖਲ ਹੋਣ ਦੀ ਆਗਿਆ ਨਾ ਦਿੱਤੀ ਜਾਵੇ। ਖਤਮ ਹੋਣ ਦੇ ਖਤਰੇ ਵਾਲੀਆਂ ਪ੍ਰਜਾਤੀਆਂ, ਜੋ ਪ੍ਰਜਾਤੀਆਂ ਖਤਮ ਹੋਣ ਦੇ ਕਿਨਾਰੇ ਹਨ, ਉਹਨਾਂ ਨੂੰ ਬਚਾਉਣ ਲਈ ਖਾਸ ਧਿਆਨ ਦਿੱਤਾ ਜਾਵੇ। ਜੰਗਲੀ ਜੀਵਾਂ ਨੂੰ ਬਚਾਉਣ ਲਈ ਬਹੁਤ ਵੱਡੇ ਪੱਧਰ ਦੇ ਪ੍ਰਬੰਧਕੀ, ਤਕਨੀਕੀ ਅਤੇ ਕਾਨੂੰਨ ਨਿਰਮਾਣ ਸੰਬੰਧੀ ਕਦਮ ਉਠਾਉਣ ਦੀ ਜ਼ਰੂਰਤ ਹੈ। ਜੰਗਲੀ ਜੀਵਾਂ ਦੀ ਵਧੀਆ ਸਿਹਤ ਵਾਸਤੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਵਿੱਚ ਲੋੜੀਂਦੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਲੋਕਾਂ ਵਿੱਚ ਜੰਗਲੀ ਜੀਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰਾਂ, ਵਰਕਸ਼ਾਪਾਂ ਅਤੇ ਨੁਮਾਇਸ਼ਾਂ ਦਾ ਪ੍ਰਬੰਧ ਕੀਤਾ ਜਾਵੇ। ਭਾਰਤ ਦੇ ਔਸ਼ਧਿਕ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪੌਦੇ ਕਿਹੜੇ-ਕਿਹੜੇ ਹਨ? ਪਿੱਛੇ ਅਭਿਆਸ ਦਾ ਪ੍ਰਸ਼ਨ ਵੀ ਹੈ, ਇਹਨਾਂ ਬਾਰੇ ਪੁੱਛਿਆ ਗਿਆ ਹੈ। ਆਯੁਰਵੈਦਿਕ ਇਲਾਜ ਭਾਰਤ ਵਿੱਚ ਬਹੁਤ ਪ੍ਰਚਲਿਤ ਹੈ। ਭਿੰਨ-ਭਿੰਨ ਪ੍ਰਕਾਰ ਦੇ ਪੌਦਿਆਂ, ਦਰੱਖਤਾਂ ਅਤੇ ਜੜੀ ਬੂਟੀਆਂ ਦੇ ਫਲਾਂ, ਫੁੱਲਾਂ, ਜੜ੍ਹ ਅਤੇ ਤਣਿਆਂ ਤੇ ਹਜ਼ਾਰਾਂ ਤਰ੍ਹਾਂ ਦੀਆਂ ਦਵਾਈਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕੁਝ ਔਸ਼ਧਿਕ ਪੌਦੇ ਅਤੇ ਉਹਨਾਂ ਦੀ ਵਰਤੋਂ ਹੇਠਾਂ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਹੈ ਆਂਵਲਾ ਜਾਂ ਔਲਾ ਕਹਿੰਦੇ ਜਿਹਨੂੰ ਅਸੀਂ। ਇਹ ਵਿਟਾਮਿਨ ਸੀ ਨਾਲ ਭਰਪੂਰ ਹੈ। ਇਹ ਪਾਚਨ ਸ਼ਕਤੀ ਨੂੰ ਸੁਧਾਰਦਾ ਹੈ। ਇਸ ਨੂੰ ਖਾਂਸੀ, ਸ਼ੂਗਰ ਅਤੇ ਕਬਜ਼ ਦੂਰ ਕਰਨ ਵਾਸਤੇ ਵਰਤਿਆ ਜਾਂਦਾ ਹੈ। ਉਸ ਤੋਂ ਅੱਗੇ ਹੈ ਸਰਪ-ਰੰਧਾ। ਇਹ ਖੂਨ ਦੇ ਦੌਰੇ ਵਿੱਚ ਸੁਧਾਰ ਕਰਦੀ ਹੈ। ਨਿੰਮ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੋਂ ਹੁੰਦੀ ਹੈ। ਸੰਸਕ੍ਰਿਤ ਵਿੱਚ ਇਸ ਨੂੰ ਅਕਸਰ ਸਰਵ ਰੋਗ ਨਿਵਾਰਕ ਕਿਹਾ ਜਾਂਦਾ ਹੈ। ਇਸ ਤੋਂ ਸਾਬਣ, ਸ਼ੈਂਪੂ, ਕਰੀਮਾਂ, ਟੂਥਪੇਸਟ, ਮਲਮ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ। ਤੁਲਸੀ ਖਾਂਸੀ, ਜ਼ੁਕਾਮ ਅਤੇ ਬੁਖਾਰ ਦੀ ਸੂਰਤ ਵਿੱਚ ਵਰਤੀ ਜਾਂਦੀ ਹੈ। ਬਿਲ ਕਾਗਜ਼ ਅਤੇ ਦਸਤ ਠੀਕ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ। ਚੰਦਨ ਪੁਰਾਣੀਆਂ ਸਾਹ ਦੀਆਂ ਬਿਮਾਰੀਆਂ ਅਤੇ ਚਮੜੀ ਦੀਆਂ ਬਿਮਾਰੀਆਂ ਠੀਕ ਕਰਨ ਲਈ ਚੰਦਨ ਦੀ ਵਰਤੋਂ ਕੀਤੀ ਜਾਂਦੀ ਹੈ। ਸਿਨਕੋਨਾ ਪੌਦੇ ਦੀ ਛਿੱਲ ਤੋਂ ਕਨੀਨ ਬਣਾਈ ਜਾਂਦੀ ਹੈ, ਜੋ ਮਲੇਰੀਏ ਨੂੰ ਠੀਕ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ। ਜਾਮਣ, ਇਸ ਦਾ ਫਲ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਗੁਠਲੀਆਂ, ਸ਼ੂਗਰ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਹਨ। ਸੰਖੇਪ ਇਹਦਾ ਜੋ ਸਾਰ ਹੈ,
ਧਰਤੀ ਉੱਤੇ ਜੀਵਨ 4 ਮੰਡਲਾਂ ਕਾਰਨ ਸੰਭਵ ਹੈ। ਜੀਵ ਮੰਡਲ, ਥਲ ਮੰਡਲ, ਜਲ ਮੰਡਲ, ਵਾਯੂ ਮੰਡਲ। ਅਸੀਂ ਇਹਨਾਂ ਨੂੰ ਵਿਸਥਾਰ ਨਾਲ ਪੜ੍ਹਿਆ ਹੈ। ਧਰਤੀ ਉੱਤੇ ਮੌਜੂਦ ਬਨਸਪਤੀ ਜਗਤ ਨੂੰ ਫਲੋਰਾ ਅਤੇ ਪ੍ਰਾਣੀ ਨੂੰ ਫੌਨਾ ਕਿਹਾ ਜਾਂਦਾ ਹੈ। ਉਹ ਆਪਾਂ ਸ਼ੁਰੂ ਦੇ ਵਿੱਚ ਹੀ ਪੜ੍ਹਿਆ ਸੀ, ਫਲੋਰਾ ਅਤੇ ਫੌਨਾ। ਫਲੋਰਾ ਕਿਸੇ ਖੇਤਰ ਦੀ ਸਾਰੀ ਬਨਸਪਤੀ ਨੂੰ ਫਲੋਰਾ ਦਾ ਨਾਮ ਦਿੱਤਾ ਜਾਂਦਾ ਹੈ। ਫੌਨਾ ਕਿਸੇ ਖੇਤਰ ਵਿੱਚ ਮੌਜੂਦ ਸਾਰੇ ਪ੍ਰਾਣੀਆਂ ਨੂੰ ਫੌਨਾ ਕਿਹਾ ਜਾਂਦਾ ਹੈ। ਇਹਦੇ ਬਾਰੇ ਆਪਾਂ ਚੰਗੀ ਤਰ੍ਹਾਂ ਪੜ੍ਹ ਲਿਆ ਸੀ। ਤੇ ਮਨੁੱਖ ਦੇ ਚਾਰੋਂ ਮੰਡਲਾਂ ਦਾ ਇੱਕ ਦੂਜੇ ਤੇ ਨਿਰਭਰ ਹੋਣਾ ਹੀ ਇਕੋਸਿਸਟਮ ਕਹਾਉਂਦਾ ਹੈ। ਇਕੋਸਿਸਟਮ ਕੀ ਹੁੰਦਾ? ਮਨੁੱਖ ਦਾ ਚਾਰੋਂ ਮੰਡਲਾਂ ਦਾ ਇੱਕ ਦੂਜੇ ਤੇ ਨਿਰਭਰ ਹੋਣਾ ਹੀ ਇਕੋਸਿਸਟਮ ਕਹਾਉਂਦਾ ਹੈ। ਬਨਸਪਤੀ ਵਿੱਚ ਭਿੰਨਤਾ ਲਈ ਭੂਮੀ, ਮਿੱਟੀ, ਤਾਪਮਾਨ, ਸੂਰਜੀ ਰੋਸ਼ਨੀ ਤੇ ਵਰਖਾ ਆਦਿ ਤੱਤ ਜ਼ਿੰਮੇਵਾਰ ਹਨ। ਭਾਰਤ ਵਿੱਚ ਮੋਟੇ ਤੌਰ ਤੇ 5 ਪ੍ਰਕਾਰ ਦੀ ਜਿਹੜੀ ਬਨਸਪਤੀ ਹੈ ਉਹ ਪਾਈ ਜਾਂਦੀ ਹੈ। ਪੰਜਾਬ ਵਿੱਚ 6 ਪ੍ਰਕਾਰ ਦੀ ਮਿੱਟੀ ਤੇ 5 ਪ੍ਰਕਾਰ ਦੀ ਜਿਹੜੀ ਕੁਦਰਤੀ ਬਨਸਪਤੀ ਪਾਈ ਜਾਂਦੀ ਹੈ। ਅਸੀਂ ਪੜ੍ਹਿਆ ਸੀ ਮਿੱਟੀਆਂ ਪੰਜਾਬ ਦੀਆਂ। ਦੁਬਾਰਾ ਫਿਰ ਇਹਨੂੰ ਮੈਂ ਪਾਠ ਨੂੰ ਖਤਮ ਕਰਨ ਤੋਂ ਪਹਿਲਾਂ ਦੁਬਾਰਾ ਫਿਰ ਦੁਹਰਾ ਦਾਂ, ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ ਤੁਹਾਡੇ ਲਈ ਸਮਝਣਾ। ਦੇਖ ਲਓ, ਇਹ ਪੂਰੇ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਮਿੱਟੀਆਂ ਨੇ। ਠੀਕ ਹੈ। ਇਹ ਪੀਲਾ ਰੰਗ ਹੈ ਜੋ ਪਰਬਤੀ ਮਿੱਟੀ ਲਈ ਵਰਤਿਆ ਗਿਆ। ਹਰਾ ਰੰਗ ਹੈ ਜਾਂ ਉਹ ਜਲੋੜ ਮਿੱਟੀ ਲਈ ਵਰਤਿਆ ਗਿਆ। ਕਾਲਾ ਰੰਗ ਕਾਲੀ ਮਿੱਟੀ ਲਈ ਵਰਤਿਆ ਗਿਆ ਹੈ। ਲਾਲ ਮਿੱਟੀ ਲਈ ਦੇਖੋ, ਲਾਲ ਰੰਗ ਇੱਥੇ ਸਾਰੇ ਖੇਤਰ ਵਿੱਚ ਲਾਲ ਮਿੱਟੀ ਪਾਈ ਜਾਂਦੀ ਹੈ। ਉਰੇ ਲੈਟਰਾਈਟ ਮਿੱਟੀ ਪਾਈ ਜਾਂਦੀ ਹੈ। ਖੇਤਰ ਵਿੱਚ ਤੁਸੀਂ ਦੇਖ ਰਹੇ ਹੋ ਕੁਝ ਹਿੱਸਾ ਗੁਜਰਾਤ ਦਾ, ਥੋੜਾ ਜਿਹਾ ਹਿੱਸਾ ਮੱਧ ਪ੍ਰਦੇਸ਼ ਦਾ, ਥੋੜਾ ਜਿਹਾ ਬਿਹਾਰ ਦਾ। ਠੀਕ ਹੈ। ਇੱਥੇ ਜਿਹੜੀ ਲੈਟਰਾਈਟ ਮਿੱਟੀ ਪਾਈ ਜਾਂਦੀ ਹੈ। ਮਾਰੂਥਲੀ ਮਿੱਟੀ ਰਾਜਸਥਾਨ ਦੇ ਥਾਰ ਮਾਰੂਥਲ ਵਿੱਚ ਪਾਈ ਜਾਂਦੀ ਹੈ। ਇਸ ਦੇ ਨਾਲ ਜਿਹੜਾ ਹੈ ਆਪਣਾ ਸੰਖੇਪ ਸਾਰ ਵਿੱਚ ਪੰਜਾਬ ਨੂੰ ਆਪਣੇ ਕੁਦਰਤੀ ਸਾਧਨਾਂ ਦੀ ਰੱਖਿਆ ਦੀ ਬਹੁਤ ਲੋੜ ਹੈ। ਪਿਆਰੇ ਵਿਦਿਆਰਥੀਓ, ਸਾਨੂੰ ਜੋ ਸਾਡੇ ਕੁਦਰਤੀ ਸਾਧਨ ਨੇ ਉਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਸਾਨੂੰ ਇਹਨਾਂ ਸਾਧਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ। ਸਾਡੇ ਆਪਦੇ ਵਾਤਾਵਰਨ ਨੂੰ ਹਰਾ ਭਰਿਆ ਤੇ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਪੌਦੇ ਲਗਾਉਣ ਦੇ ਕੰਮ ਨੂੰ ਅਫੋਰਸਟੇਸ਼ਨ ਕਿਹਾ ਜਾਂਦਾ ਹੈ। ਪੌਦੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ। 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਪੂਰੇ ਭਾਰਤ ਦੇ ਵਿੱਚ ਉਸ ਦਿਨ ਪੌਦੇ ਲਗਾਏ ਜਾਂਦੇ ਹਨ। ਤੁਸੀਂ ਵੀ ਲਗਾਉਂਦੇ ਹੋਵੋਗੇ, ਸਾਰੇ ਬੰਦੇ ਲਗਾਉਂਦੇ ਹੋਣਗੇ। ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ 5 ਜੂਨ ਵਾਲੇ ਦਿਨ, ਵਾਤਾਵਰਨ ਦਿਵਸ ਵਾਲੇ ਦਿਨ ਵੱਧ ਤੋਂ ਵੱਧ ਪੌਦੇ ਲਾ ਕੇ ਆਪਣਾ ਜਿਹੜਾ ਵਾਤਾਵਰਨ ਹੈ, ਸਾਡੇ ਜੋ ਜੰਗਲ ਹਨ, ਉਹਨਾਂ ਨੂੰ ਹਰਾ ਭਰਿਆ ਰੱਖ ਸਕੀਏ। ਪ੍ਰਵਾਸੀ ਪੰਛੀ ਕਿਸੇ ਵੀ ਧਰਤੀ ਲਈ ਬਹੁਤ ਕੀਮਤੀ ਮਹਿਮਾਨ ਹੁੰਦੇ ਹਨ। ਪ੍ਰਵਾਸੀ ਜਿਹੜੇ ਪੰਛੀ ਨੇ ਉਹ ਹਰ ਇੱਕ ਸਾਲ ਸਰਦੀਆਂ ਦੇ ਵਿੱਚ ਸਾਡੇ ਜਿਹੜੇ ਝੀਲਾਂ ਦੇ ਵਿੱਚ ਆਉਂਦੇ ਨੇ, ਜਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਹਰੀਕੇ ਪੱਤਣ ਤਰਨਤਾਰਨ ਜ਼ਿਲ੍ਹੇ ਵਿੱਚ, ਉੱਥੇ ਬਹੁਤ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰਵਾਸੀ ਪੰਛੀ ਦੇਖਣ ਨੂੰ ਮਿਲਦੇ ਹਨ।
ਦੇਸ਼ ਵਿੱਚ 14 ਰਾਖਵੇਂ ਜੰਗਲ, 99 ਕੌਮੀ ਪਾਰਕ ਤੇ 490 ਜੀਵ ਪਨਾਹਗਾਹ ਹਨ। ਨਿੰਮ, ਬਿੱਲ, ਜਾਮਣ, ਚੰਦਨ, ਤੁਲਸੀ, ਸਿਨਕੋਨਾ, ਆਵਲਾ ਆਦਿ ਭਾਰਤ ਦੇ ਔਸ਼ਧਿਕ ਪੌਦੇ ਹਨ। ਆਪਾਂ ਇਹਨਾਂ ਦੇ ਜਿਹੜੇ ਸਾਡੇ ਔਸ਼ਧਿਕ ਪੌਦੇ ਨੇ, ਔਸ਼ਧਿਕ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪੌਦੇ ਨੇ, ਇਹ ਕਈ ਪੌਦੇ ਤਾਂ ਸਾਡੇ ਆਲੇ, ਸਾਰੇ ਪੌਦੇ ਹੀ ਸਾਡੇ ਆਪਣੇ ਜੀਵਨ ਦੇ ਆਲੇ ਦੁਆਲੇ ਹਨ। ਕਈ ਜਿਹੜੀਆਂ ਬਿਮਾਰੀਆਂ ਨੇ ਅਸੀਂ ਉਹਨਾਂ ਨੂੰ ਇਹਨਾਂ ਪੌਦਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਵਰਤੋਂ ਕਰਕੇ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਜਿਵੇਂ ਆਵਲਾ ਜਿਹੜਾ, ਇਹ ਆਪਾਂ ਨੂੰ ਜ਼ਿਆਦਾਤਰ ਮਿਲ ਸਕਦਾ ਹੈ। ਨਿੰਮ ਦਾ ਦੇਖੋ ਹਰ ਇੱਕ ਦੇ ਘਰ ਨਿੰਮ ਹੋਊਗਾ, ਘਰ ਨਹੀਂ ਹੋਊ, ਸਕੂਲ 'ਚ ਹੋਊ, ਸਕੂਲ ਨਹੀਂ ਆਂਢ ਗੁਆਂਢ 'ਚ ਹੋਊ। ਪੁਰਾਣੇ ਸਮੇਂ ਦੇ ਵਿੱਚ ਜਾਂ ਅੱਜ ਵੀ ਕੁਝ ਲੋਕ ਨਿੰਮ ਦੀ ਜਦੋਂ ਦਾਤਣ ਕਰ ਲੈਂਦੇ ਸੀ, ਹੁਣ ਤਾਂ ਆਪਾਂ ਬਰਸ਼ ਕਰਦੇ ਹਾਂ ਸਾਰੇ, ਤਾਂ ਉਹ ਵੀ ਕਈ ਬਿਮਾਰੀਆਂ ਨੂੰ ਜਿਹੜੀ ਖਤਮ ਕਰਦੀ ਸੀ। ਤੁਲਸੀ ਸਾਡੇ ਲੱਗੀ ਹੁੰਦੀ ਹੈ ਇੱਧਰ, ਸਾਡੇ ਗਮਲਿਆਂ ਵਿੱਚ, ਕਈ ਵਾਰੀ ਘਰ ਦੇ ਬਗੀਚੇ ਵਿੱਚ ਤੁਲਸੀ ਲਗਾਈ ਹੁੰਦੀ ਹੈ। ਚਲੋ ਚੰਦਨ ਤਾਂ ਆਪਾਂ ਕਹਿ ਸਕਦੇ ਹਾਂ ਮਹਿੰਗਾ ਹੈ, ਆਪਾਂ ਨੂੰ ਨਹੀਂ ਮਿਲਦਾ। ਜਾਮਣ ਤਾਂ ਸਕੂਲਾਂ ਦੇ ਵਿੱਚ ਬੜੇ ਜਾਮਣ ਦੇ ਪੌਦੇ ਲੱਗੇ ਹੁੰਦੇ ਨੇ, ਜਾਂ ਸੜਕਾਂ 'ਤੇ ਵੀ ਤੁਸੀਂ ਦੇਖ ਸਕਦੇ ਹੋ। ਇਹਦਾ ਆਪਣੇ ਘਰ ਵੀ ਇੱਕ ਪੌਦਾ ਜਾਮਣ ਦਾ ਲਗਾ ਲੈਣਾ ਚਾਹੀਦਾ, ਕਿਉਂਕਿ ਇਹ ਸ਼ੂਗਰ ਨੂੰ ਕੰਟਰੋਲ ਕਰਦੀ ਹੈ, ਜਿਹੜੀਆਂ ਇਹਦੀਆਂ ਗੁਠਲੀਆਂ ਨੇ, ਤੇ ਪਾਚਨ ਸ਼ਕਤੀ ਨੂੰ ਜਿਹੜੀ ਜਾਮਣ ਆ ਉਹ ਵਧਾਉਂਦੀ ਹੈ। ਇਹ ਹਨ ਅਭਿਆਸ ਦੇ ਪ੍ਰਸ਼ਨ। ਕੁਦਰਤੀ ਦੇਖੋ ਨਕਸ਼ਾ ਕਰ, ਭਾਰ ਦੇ ਰੇਖਾ ਚਿੱਤਰ ਖਾਕੇ ਵਿੱਚ ਭਰੋ। ਕੁਦਰਤੀ ਬਨਸਪਤੀਆਂ ਕੋਈ 3 ਕਿਸਮਾਂ ਵਿੱਚ ਆਪਾਂ ਨਕਸ਼ੇ ਵਿੱਚ ਕੀਤਾ ਹੈ। ਕੋਈ 5 ਰਾਜਾਂ ਵਿੱਚ ਕੌਮੀ ਪਾਰਕ ਇਹ ਵੀ ਤੁਹਾਨੂੰ ਕਰਵਾ ਦਿੱਤੇ ਗਏ ਹਨ। ਪੰਜਾਬ ਦੀ ਸੁਰੱਖਿਅਤ ਜਲਗਾਹਾਂ ਇਹ ਵੀ ਕਰਵਾ ਦਿੱਤੀਆਂ ਗਈਆਂ ਹਨ। ਆਹ ਹੈ ਹੇਠਾਂ ਦਿੱਤੀਆਂ ਗਈਆਂ ਤਸਵੀਰਾਂ ਦੇ ਰੁੱਖ ਪਛਾਣ ਕੇ ਬਨਸਪਤੀ ਕਿਸਮ ਲਿਖੋ। ਇਹ ਹੈ ਆਮਲਾ ਜਾਂ ਔਲਾ, ਇਹ ਸਾਡੀ ਹੈ ਤੁਲਸੀ, ਇਹ ਤੁਸੀਂ ਲਿਖ ਲੈਣਾ ਹੈ। ਆਪਣੇ ਇਲਾਕੇ ਦੇ 10 ਰੁੱਖਾਂ, 5 ਜਾਨਵਰਾਂ, 5 ਪੰਛੀਆਂ ਦੀਆਂ ਤਸਵੀਰਾਂ ਚਾਰਟ ਤੇ ਚਿਪਕਾਓ। ਹੁਣ 10 ਰੁੱਖ, ਨਿੰਮ, ਜਾਮਣ, ਔਲਾ, ਅੰਬ, ਅਮਰੂਦ, ਤੁਸੀਂ ਆਲੇ ਦੁਆਲੇ ਦੇਖ ਕੇ ਇਹ ਕਿੱਕਰ, ਟਾਹਲੀ, ਬੋਹੜ, ਪਿੱਪਲ ਲਿਖ ਦਿਓ। 5 ਜਾਨਵਰ, ਕਿਹੜੇ ਕਿਹੜੇ 5 ਜਾਨਵਰ? ਸ਼ੇਰ, ਚੀਤਾ, ਗੈਂਡਾ, ਹਾਥੀ, ਭੇੜੀਆ, ਮੱਝ, ਗਾਂ, ਇਹ ਸਭ ਆਪਾਂ ਲਿਖ ਸਕਦੇ ਹਾਂ। 5 ਪੰਛੀ ਦੀਆਂ ਤਸਵੀਰਾਂ ਉਹ ਲਾ ਦਿਓ, ਠੀਕ ਹੈ, ਮੋਰ ਲਾ ਦਿਓ, ਬਾਜ ਲਾ ਦਿਓ, ਚਿੜੀ, ਘੁੱਗੀ, ਕਾਂ, ਸਾਰੇ ਤੁਸੀਂ ਇੱਥੇ ਲਗਾ ਸਕਦੇ ਹੋ। ਇਹ ਜੋ ਪ੍ਰਸ਼ਨ ਹਨ, ਇਹ ਆਪਾਂ ਸਾਰਾ ਜਿਹੜਾ ਪਾਠ ਹੈ ਕਵਰ ਕਰ ਦਿੱਤਾ ਹੈ। ਇਹ ਸਾਰੇ ਪ੍ਰਸ਼ਨ ਨੂੰ ਮੈਂ ਇਹਦੇ ਵਿੱਚ ਕਵਰ ਕੀਤਾ ਹੈ। ਆ ਦੇਖੋ ਚਿੰਕਾਰਾ, ਇਹ ਪੜ੍ਹਦੇ ਆਪਾਂ, ਬੀੜ ਕੀ ਹੁੰਦੀ ਹੈ, ਸਾਰੇ ਪੰਜਾਬ ਦੇ ਕੁੱਲ ਖੇਤਰ, ਝਾੜੀਆਂ ਦੇ ਕੰਡੇਦਾਰ ਜੰਗਲੀ, ਫਲੋਰਾ ਦੇ ਫੌਨਾ ਕੀ ਹਨ, ਵਣਾਂ ਦੀ ਰੱਖਿਆ ਕਿਉਂ ਜ਼ਰੂਰੀ ਹੈ, ਇਹ ਸਾਰੇ ਜਿਹੜੇ ਪ੍ਰਸ਼ਨ ਨੇ ਆਪਾਂ ਇਹ ਕਰ ਲਏ ਹਨ। ਮੈਨੂੰ ਇਹ ਆਸ ਹੈ ਵੀ ਤੁਹਾਨੂੰ ਜਿਹੜਾ ਇਹ ਪਾਠ ਹੈ ਇਹ ਸਮਝਣ ਦੇ ਵਿੱਚ ਸਹਾਈ ਹੋਇਆ ਹੋਵੇਗਾ। ਤੇ ਇੰਨਾ ਕਹਿੰਦਾ ਹੋਇਆ ਤੁਹਾਡਾ ਸਭ ਦਾ ਧੰਨਵਾਦ।